ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਸ਼ਹਿਰੀ ਔਰ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਇਹ ਅਪਡੇਟ ਦੇ ਦਈਏ ਕਿ BC ਸਰਕਾਰ ਦੇ ਵੱਲੋਂ ਜਿਹੜਾ ਅੱਜ ਰਿਲੀਫ ਫੰਡ ਜਿਹੜੇ ਕਿ ਹੜ੍ਹ ਪ੍ਰਭਾਵਿਤ ਸੀਗੇ, BC ਦੇ ਵਿੱਚ ਜਿਹੜੇ ਹੜ੍ਹ ਆਏ ਸੀਗੇ ਉਹਨਾਂ ਦੇ ਲਈ ਜਾਰੀ ਕੀਤਾ ਹੈ। ਉਸ ਫੰਡ ਦੀ ਜਿਹੜੀ ਰਕਮ ਹੈ ਉਹ 228 ਮਿਲੀਅਨ ਜਿਹੜੀ ਹੈ ਕਹੀ ਜਾ ਰਹੀ ਹੈ, ਜਿਸ ਨਾਲ ਰਾਹਤ ਕਾਰਜਾਂ ਦੇ ਵਿੱਚ ਜਿਹੜੀ ਹੈ ਆਸਾਨੀ ਹੋ ਸਕਦੀ ਹੈ। ਸੋ ਇਸ ਫੰਡ ਦੀ ਉਮੀਦ ਵੀ ਕੀਤੀ ਜਾ ਰਹੀ ਸੀ ਕਿ BC ਜਲਦੀ ਰਿਲੀਫ ਫੰਡ ਅਨਾਉਂਸ ਕਰੇ। ਫਿਲਹਾਲ ਇਹ ਅਨਾਉਂਸਮੈਂਟ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹੋਰ ਕਿਹੜੇ ਕਾਮੇ ਨੇ BC ਦੇ ਵਿੱਚ, ਕਿਹੜੀ ਕੈਟਾਗਰੀ ਹੈ ਜਿਹਦੇ ਵਿੱਚ ਲੇਬਰ ਮਾਰਕੀਟ ਦੇ ਵਿੱਚ ਲੋੜ ਹੈਗੀ ਹੈ ਕਾਮਿਆਂ ਦੀ, ਇਮੀਗ੍ਰੇਸ਼ਨ ਜੇ ਖੁੱਲ ਜਾਂਦੀ ਹੈ ਤਾਂ ਕਿਹੜੀ ਕੈਟਾਗਰੀ ਦੇ ਲੋਕ ਲਿਆਂਦੇ ਜਾ ਸਕਦੇ ਨੇ, ਇਸ ਤੇ ਨਜ਼ਰ ਪਾਵਾਂਗੇ। BC ਲਿਬਰਲ ਆਗੂ ਦੇ ਵਜੋਂ ਆਖਿਰਕਾਰ ਕੇਵਿਨ ਫਾਲਕਨ ਜਿਹੜੇ ਨੇ ਉਹਨਾਂ ਦੀ ਜਿੱਤ ਹੋ ਗਈ ਹੈ। ਘੱਟੋ ਘੱਟ 52 ਯਾਨੀ 52% ਦੇ ਅੰਕਾਂ ਦੇ ਨਾਲ ਇਹ ਜਿੱਤ ਕੇਵਿਨ ਨੇ ਹਾਸਲ ਕੀਤੀ ਹੈ। 2011 ਦੇ ਵਿੱਚ ਵੀ ਕੇਵਿਨ ਫਾਲਕਨ ਜਿਹੜੇ ਨੇ ਕਾਫੀ ਸਰਗਰਮ ਸੀਗੇ, ਹਾਲਾਂਕਿ ਉਦੋਂ ਦੂਜੇ ਨੰਬਰ ਤੇ ਰਹੇ ਸੀ, ਕ੍ਰਿਸਟੀਆ ਕਲਰਕ ਤੋਂ ਹਾਰ ਗਏ ਸੀਗੇ। ਪਰ ਜਿਵੇਂ ਹੀ ਹੁਣ ਅਸਤੀਫਾ ਦਿੱਤਾ ਸੀਗਾ ਐਂਡਰਿਊ ਵਿਲਕਨਸਨ ਨੇ, ਤਾਂ ਇਹੀ ਮੰਗ ਕੀਤੀ ਜਾ ਰਹੀ ਸੀ ਕਿ ਆਖਿਰਕਾਰ ਅਗਲੀ ਜਿਹੜੀ ਲੀਡਰਸ਼ਿਪ ਦੌਰ ਦੇ ਵਿੱਚ ਕੌਣ ਮੋਹਰੀ ਤੌਰ ਤੇ ਸ਼ਾਮਿਲ ਹੋਏਗਾ ਤੇ ਕੌਣ ਅਗਲਾ ਜਿਹੜਾ ਆਗੂ ਬਣੇਗਾ। ਸੋ ਦੱਸ ਦੇ ਕਿ ਕੇਵਿਨ ਫਾਲਕਨ ਨੇ ਜਿਹੜੀ ਹੈ ਇਹ ਦੌੜ ਫਿਲਹਾਲ ਦੇ ਲਈ ਜਿੱਤ ਲਈ ਹੈ। ਜਿਹੜੇ ਬਾਕੀ ਪੁਰਾਣਾ ਤਜਰਬਾ ਰੱਖਦੇ ਨੇ, ਸਿਆਸੀ ਤਜਰਬਾ, ਉਹ ਇਸ ਜਿੱਤ ਨੂੰ ਕਿਵੇਂ ਦੇਖਦੇ ਨੇ, ਆਓ ਸੁਣਦੇ ਹਾਂ। BC ਦੀ ਰਾਜਨੀਤੀ ਦੇ ਵਿੱਚ ਕੁਝ ਹਲਚਲ ਹੋ ਰਹੀ ਆ। ਹਲਚਲ ਇਹ ਹੋਈ ਆ ਕਿ ਅਪੋਜ਼ਿਟ ਪਾਰਟੀ BC ਲਿਬਰਲ ਦੇ ਲੀਡਰ ਨਵੇਂ ਚੁਣੇ ਗਏ ਆ, ਕੇਵਿਨ ਫਾਲਕਨ। ਐਂਡਰਿਊ ਵਿਲਕਨਸਨ ਪਹਿਲਾਂ ਲੀਡਰ ਸੀ, ਉਹਨਾਂ ਦੀ ਲੀਡਰਸ਼ਿਪ ਦੇ ਵਿੱਚ BC ਲਿਬਰਲ ਪਿੱਛੇ ਰਹਿ ਗਏ ਸੀ, ਹਾਰ ਗਏ ਸੀ। NDP ਨੇ 2 ਵਾਰੀ ਆਪਣੀ ਸਰਕਾਰ ਬਣਾਈ ਆ। ਹੁਣ ਮਸਲਾ ਇਹ ਪੈਦਾ ਹੋ ਰਿਹਾ ਜਾਂ ਗੱਲਬਾਤ ਇਹ ਉੱਠ ਰਹੀ ਆ, ਕ੍ਰਿਟਿਕ ਇਹ ਕਹਿ ਰਿਹਾ ਕਿ ਕੇਵਿਨ ਫਾਲਕਨ ਪਹਿਲਾਂ ਵੀ ਰਾਜਨੀਤੀ ਦੇ ਵਿੱਚ ਸੀਗੇ, 10 ਕੁ ਸਾਲ ਆਰਾਮ ਕਰਨ ਤੋਂ ਬਾਅਦ ਦੁਬਾਰਾ ਆ ਗਏ ਆ, ਕੁਝ ਵੀ ਨਵਾਂ ਨਹੀਂ ਹੋਣ ਲੱਗਾ। BC ਲਿਬਰਲਸ ਬਾਰੇ ਕਈ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਕਿ ਇਹਨਾਂ ਦੇ ਵਿੱਚ ਪਾਰਟੀ ਦੇ ਅੰਦਰ ਬਹੁਤ ਸਾਰੀ ਆਪਸ ਦੇ ਵਿੱਚ ਨਹੀਂ ਬਣਦੀ, ਅੰਡਰ ਕਟਿੰਗ ਆ, ਇੱਕ ਦੂਜੇ ਨੂੰ ਹਰਾਈ ਜਾਂਦੇ ਆ। ਉਹਨਾਂ ਕਾਰਨਾਂ ਕਰਕੇ ਪਿਛਲੀ ਇਲੈਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਗੱਲਬਾਤ ਸੀਗੀ ਵੀ ਲਾਸਟ ਮੂਮੈਂਟ ਤੱਕ ਬੰਦੇ ਵੀ ਨਹੀਂ ਸੀ ਮਿਲ ਰਹੇ ਜਿਹੜੇ ਖੜੇ ਹੋਣੇ ਸੀ। ਹੁਣ ਕੇਵਿਨ ਫਾਲਕਨ ਨਵੇਂ BC ਲਿਬਰਲ ਦੇ ਲੀਡਰ ਚੁਣੇ ਗਏ ਆ, ਉਹਨਾਂ ਦੇ ਨਾਲ ਕੀ ਤਬਦੀਲੀ ਆਉਂਦੀ ਆ। ਪੁਨੀਤ ਸੰਦਰ ਜੀ BC ਲਿਬਰਲ ਤੋਂ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਪੁਨੀਤ ਸੰਦਰ ਜੀ, ਜੋ ਕੁਛ ਕਿਹਾ ਜਾਂਦਾ ਸੀ BC ਲਿਬਰਲਸ ਬਾਰੇ ਕਿ ਪਾਰਟੀ ਦੇ ਅੰਦਰ ਬਹੁਤ ਕੁਝ ਚੱਲਦਾ ਹੈ ਜਿਹੜਾ ਨੁਕਸਾਨ ਕਰ ਰਿਹਾ ਪਾਰਟੀ ਨੇ, ਕੇਵਿਨ ਫਾਲਕਨ ਦੀ ਤੁਸੀਂ ਕੈਂਪੇਨ ਰਨ ਕਰ ਰਹੇ ਸੀ, ਲੱਗਦਾ ਕਿ ਉਹਨੂੰ ਹੈਂਡਲ ਕਰ ਸਕਣਗੇ? ਬਿਲਕੁਲ ਜੀ, ਬਿਕਾਜ਼ ਪਾਰਟੀ ਦੇ ਵਿੱਚ ਤੇ ਕੁਝ ਨਹੀਂ ਚੱਲ ਰਿਹਾ ਸੀਗਾ। ਇਟਸ ਅ ਨਾਰਮਲ ਲੀਡਰਸ਼ਿਪ ਰੇਸ। ਜਦੋਂ ਲੀਡਰਸ਼ਿਪ ਰੇਸ ਹੁੰਦੀ ਹੈ ਸਾਰੇ ਕੰਟੈਸਟੈਂਟਸ ਇੱਕ ਦੂਜੇ ਨਾਲ ਕੰਪੀਟ ਕਰਦੇ ਨੇ, ਵਿਚ ਇਜ਼ ਵੈਰੀ ਨਾਰਮਲ ਇਨ ਐਨੀ ਪਾਰਟੀ। ਜਿਹੜੀ ਪਹਿਲਾਂ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਇਹ ਗੱਲਾਂ ਚੱਲਦੀਆਂ ਸੀ ਕਿ BC ਲਿਬਰਲ ਅੰਦਰੋਂ ਪਾਰਟੀ ਪਈ ਹੈ ਜੀ। ਵੈਲ, ਉਸ ਵੇਲੇ ਜਿਹੜੀ ਇਲੈਕਸ਼ਨ ਆਪਾਂ ਹਾਰੇ ਸੀ ਉਹਦੇ ਬਹੁਤ ਰੀਜ਼ਨ ਸੀ, ਐਂਡ ਵੀ ਕੈਨ ਟਾਕ ਅਬਾਊਟ ਇਟ ਐਟ ਲੈਂਥ। ਬਟ ਉਹਦੇ ਕਰਕੇ ਹੀ, ਬਿਕਾਜ਼ ਆਫ ਦੋਜ਼ ਇਸ਼ੂਜ਼ ਹੀ ਆਪਾਂ ਨੂੰ ਨਵਾਂ ਲੀਡਰ ਇਲੈਕਟ ਕਰਨ ਦੀ ਜ਼ਰੂਰਤ ਪਈ ਤੇ ਹੁਣ ਲੀਡਰਸ਼ਿਪ ਰੇਸ ਹੋਈ ਹੈ। ਬਟ ਲੀਡਰਸ਼ਿਪ ਰੇਸ ਦੇ ਵਿੱਚ ਐਤਕੀ ਆਪਾਂ ਦੇਖਿਆ ਵੀ ਬਹੁਤ ਜ਼ਿਆਦਾ ਮੈਂਬਰਸ਼ਿਪ ਨੇ ਪਾਰਟਿਸਿਪੇਟ ਕੀਤਾ, ਵਿਚ ਇਜ਼ ਰੀਅਲੀ ਇਨਕਰੇਜਿੰਗ। ਬਿਕਾਜ਼ ਜਿਹੜੀ ਪਾਰਟੀ ਦੇ ਮੈਂਬਰ ਨੇ ਆਪਣੀ ਪ੍ਰੋਵਿੰਸ ਦੇ ਵਿੱਚ, ਉਹ ਚਾਹੁੰਦੇ ਨੇ, ਉਹਨਾਂ ਨੇ ਹੱਲਾ ਪੂਰਾ ਹੁਮ ਹਮਾ ਕੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ। ਦੈਟਸ ਅ ਵੈਰੀ ਗੁੱਡ ਸਾਈਨ। ਦੈਟ ਮੀਨਸ ਦੇ ਵਾਂਟ ਟੂ ਬੀ ਇਨਵੋਲਵਡ। ਉਹ ਚਾਹੁੰਦੇ ਸੀਗੇ ਵੀ ਇਹ ਜਿਹੜਾ ਡਿਸੀਜਨ ਲਿਆ ਜਾਵੇ ਵੀ ਕੌਣ ਲੀਡਰ ਬਣੇ ਪਾਰਟੀ ਦਾ, ਉਹਦੇ ਵਿੱਚ ਉਸ ਡਿਸੀਜਨ ਦੇ ਵਿੱਚ ਉਹਨਾਂ ਦੀ ਵੀ ਆਵਾਜ਼ ਰਿਫਲੈਕਟ ਕਰੇ। ਸੋ ਦੈਟਸ ਗ੍ਰੇਟ। ਹੁਣ ਜਿਹੜੀ ਇਹ ਇੱਕ ਗੱਲਬਾਤ ਕਹੀ ਜਾਂਦੀ ਵੀ ਇਹ ਪਹਿਲਾਂ ਵੀ ਸੀਗੇ, 10 ਸਾਲ ਇਹਨਾਂ ਨੇ ਪੋਲੀਟਿਕਸ ਤੋਂ ਬਾਹਰ ਚਲੇ ਗਏ। ਇਹ ਉਸ ਵੇਲੇ ਵੀ ਸਰਕਾਰ ਦੇ ਵਿੱਚ ਸ਼ਾਮਲ ਸੀ ਜਦੋਂ ਹਸਪੀਟਲ ਦੀ ਜਗ੍ਹਾ ਵੇਚੀ ਗਈ ਹੈ 152 ਦੇ ਉੱਤੇ, ਤੇ ਉਹ ਕਹਿੰਦੇ ਦੁਬਾਰਾ ਵੀ ਉਹੀ ਕੁਛ ਹੋਣਾ ਜੀ। ਵੈਲ, ਸਾਰੀ ਲੀਡਰਸ਼ਿਪ ਰੇਸ ਦੇ ਦੌਰਾਨ ਵੀ ਆਈ ਥਿੰਕ ਜੇ ਦੇਖਿਆ ਜਾਵੇ ਤਾਂ ਜਿੰਨੇ ਲੀਡਰਸ਼ਿਪ ਕੈਂਡੀਡੇਟ ਸੀਗੇ, ਪਹਿਲਾਂ 5, ਫਿਰ ਉਸ ਤੋਂ ਬਾਅਦ 6ਵੇਂ ਐਂਡ 'ਚ ਆਏ, ਸਭ ਤੋਂ ਜ਼ਿਆਦਾ ਅਟੈਕ NDP ਕੇਵਿਨ ਫਾਲਕਨ ਹੋਣਾ 'ਤੇ ਕਰਦੀ ਰਹੀ ਹੈ। ਐਂਡ ਉਹ ਇਨ ਇਟਸੈਲਫ ਹੀ ਇਸ ਚੀਜ਼ ਦਾ ਸਬੂਤ ਹੈਗਾ ਹੈ ਕਿ ਓਬਵੀਅਸਲੀ ਉਹਨਾਂ ਨੂੰ ਬਹੁਤ ਜ਼ਿਆਦਾ ਫਿਕਰ ਹੈ ਵੀ ਜੇ ਕੇਵਿਨ ਜਿੱਤ ਗਏ ਤੇ ਹੀ ਇਜ਼ ਦੀ ਓਨਲੀ ਵਨ ਜਿਹੜੇ ਜੌਨ ਹੌਰਗਨ ਹੋਣਾ ਨੂੰ ਅਗਲੀ ਇਲੈਕਸ਼ਨਸ ਦੇ ਵਿੱਚ ਟੱਕਰ ਦਾ ਮੁਕਾਬਲਾ ਦੇ ਸਕਦੇ ਔਰ ਵਾਪਸ ਪਾਵਰ ਦੇ ਵਿੱਚ BC ਲਿਬਰਲ ਪਾਰਟੀ ਨੂੰ ਲਿਆ ਸਕਦੇ ਨੇ। ਸੋ ਓਬਵੀਅਸਲੀ ਹੁਣ ਅਟੈਕ ਕਰਨ ਲਈ ਹੋਰ ਤੇ ਕੁਛ ਲੱਭਦਾ ਨਹੀਂ ਹੈ। ਸੋ ਦਿਸ ਇਜ਼ ਵਾਟ ਦੇਅਰ ਜਿਹੜਾ ਨੈਰੇਟਿਵ ਹੈ ਉਹ ਕ੍ਰੀਏਟ ਕਰਨਾ ਚਾਹੁੰਦੇ ਨੇ ਕਿ ਇਹ ਤੇ ਸੇਮ ਓਲਡ ਹੋਏਗਾ। ਬਟ ਕੇਵਿਨ ਫਾਲਕਨ ਜਿਹੜੀ ਉਹਨਾਂ ਨੇ ਪੂਰੀ ਕੈਂਪੇਨ ਕੀਤੀ ਆਪਣੀ ਲੀਡਰਸ਼ਿਪ ਦੀ, ਉਹਨਾਂ ਦੀ ਕੈਂਪੇਨ ਹੀ ਇਹਦੇ ਉੱਤੇ ਬੇਸਡ ਸੀਗੀ ਕਿ ਉਹ ਪਹਿਲਾਂ ਪਾਰਟੀ ਦੇ ਵਿੱਚ ਰਹੇ, ਵਿਚ ਇਜ਼ ਗ੍ਰੇਟ ਬਿਕਾਜ਼ ਉਹਨਾਂ ਦੇ ਕੋਲ ਐਕਸਪੀਰੀਅੰਸ ਹੈ ਔਰ ਉਹਨਾਂ ਦਾ ਟਰੈਕ ਰੈਕਡ ਅਸੀਂ ਸਾਰੇ ਜਾਣਦੇ ਹਾਂ। ਜਿੰਨੀ ਜ਼ਿਆਦਾ ਇਨਫਰਾਸਟਰਕਚਰ ਐਂਡ ਆਪਣੀ ਹਸਪੀਟਲ ਐਕਸਪੈਂਸ਼ਨ, ਪੋਰਟਮੈਨ ਬ੍ਰਿਜ ਔਰ ਹਾਈਵੇਜ਼, ਸਾਰਾ ਐਵਰੀ ਪ੍ਰੋਜੈਕਟ ਜਿਹੜਾ ਉਹਨਾਂ ਨੇ ਕੰਪਲੀਟ ਕੀਤਾ ਔਨ ਟਰੈਕ ਐਂਡ ਵਿਦ ਇਨ ਬਜਟ।
ਸੋ ਉਹਨਾਂ ਦਾ ਟਰੈਕ ਰੈਕਡ, ਉਹਨਾਂ ਦਾ ਐਕਸਪੀਰੀਅੰਸ ਤੇ ਫੈਕਟਸ ਆਪਾਂ ਨੂੰ ਦਿਖ ਰਹੇ ਨੇ। ਉਸ ਤੋਂ ਬਾਅਦ ਆਲਮੋਸਟ ਇੱਕ ਦਹਾਕਾ ਉਹ ਪੋਲਿਟਿਕਸ 'ਚੋਂ ਬਾਹਰ ਰਹੇ, ਐਂਡ ਸੋ ਨਾਓ ਉਹਨਾਂ ਦੇ ਕੋਲ ਉਹ ਐਕਸਪੀਰੀਅੰਸ ਵੀ ਹੈਗਾ ਟੂ ਬੀ ਔਨ ਦੀ ਅਦਰ ਸਾਈਡ ਆਫ ਦ ਟੇਬਲ। ਐਂਡ ਪਿਛਲੇ 10 ਸਾਲ ਦੇ ਵਿੱਚ ਉਹਨਾਂ ਦੀ ਫੈਮਿਲੀ ਸੀਗੀ, ਬੱਚੇ ਵੱਡੇ ਹੋਏ, ਸੋ ਹੀ ਅੰਡਰਸਟੈਂਡਸ ਵੀ ਫੈਮਲੀਜ਼ ਦੀਆਂ ਜ਼ਰੂਰਤਾਂ ਕੀ ਨੇ, ਉਹਨਾਂ ਦੇ ਨੈਕਸਟ ਜਨਰੇਸ਼ਨ ਵਾਸਤੇ ਉਹ ਕੀ ਕਰਨਾ ਚਾਹੁੰਦੇ ਨੇ। ਸੋ ਸਾਰੀ ਕੈਂਪੇਨ ਹੀ ਉਹਨਾਂ ਦੀ ਇਹਦੇ ਤੇ ਬੇਸ ਸੀਗੀ ਦੈਟ ਹੀ ਵਾਂਟਸ ਟੂ ਰੀਬਿਲਡ ਦ ਪਾਰਟੀ, ਕਿ ਉਹ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਗਰਾਊਂਡ ਰਿਐਲਿਟੀ ਡਿਫਰੈਂਟ ਹੈ ਫਰਮ ਵਾਟ ਇਟ ਵਾਸ 10 15 20 ਇਅਰਸ ਅਗੋ। ਅੱਜ ਦੀ ਤਰੀਕ ਦੇ ਵਿੱਚ ਜਿਹੜੇ ਮੁੱਦੇ ਨੇ, ਜਿਹੜੇ ਲੋਕਾਂ ਦੀਆਂ ਜਿਹੜੇ ਇਸ਼ੂਜ਼ ਨੇ, ਉਹ ਡਿਫਰੈਂਟ ਹੈ। ਅਫੋਰਡੇਬਿਲਿਟੀ, ਡੇ ਕੇਅਰ, ਮੈਂਟਲ ਹੈਲਥ, ਐਡਿਕਸ਼ਨ, ਐਂਡ ਉਹਨਾਂ ਤੋਂ ਜ਼ਿਆਦਾ ਇਸ ਚੀਜ਼ ਦੀ ਅੰਡਰਸਟੈਂਡਿੰਗ ਸਾਰੇ ਕੈਂਡੀਡੇਟਸ ਦੇ ਵਿੱਚੋਂ ਬਿਹਤਰ ਹੋਰ ਕਿਸੇ ਕੋਲ ਨਹੀਂ ਸੀ, ਬਿਕੋਜ਼ ਉਹਨਾਂ ਦੇ ਕੋਲ ਦੋਨੋਂ ਐਡਵਾਂਟੇਜਸ ਨੇ। ਪਹਿਲਾਂ ਗਵਰਨਮੈਂਟ ਦੇ ਵਿੱਚ ਹੋਣ ਦੀ ਐਕਸਪੀਰੀਅੰਸ ਹੈਗਾ ਹੈ, ਔਰ ਉਹ ਉਹਨਾਂ ਦੇ ਕੋਲ ਐਡਵਾਂਟੇਜ ਹੈਗਾ। ਦੂਸਰੇ ਪਾਸੇ ਉਹ ਗਵਰਨਮੈਂਟ ਦੇ ਬਾਹਰ ਵੀ 10 ਸਾਲ ਰਹੇ ਨੇ, ਸੋ ਹੀ ਬ੍ਰਿੰਗਸ ਦ ਬੈਸਟ ਆਫ ਬੋਥ ਦ ਵਰਲਡਸ। ਕੀ ਲੱਗਦਾ ਆਪਣੀ ਟੀਮ ਦੇ ਵਿੱਚ ਜਿਹੜੇ ਡਾਈਵਰਸ ਕੈਂਡੀਡੇਟਸ ਨੇ ਵੱਖ-ਵੱਖ ਕਮਿਊਨਿਟੀਜ਼ ਤੋਂ, ਉਹਨਾਂ ਨੂੰ ਕਿੰਨਾ ਕਨਕਲੂਡ ਕਰਨਗੇ ਉਹ? ਵੈਲ, ਐਜ਼ I said, ਉਹਨਾਂ ਦੀ ਪੂਰੀ ਕੈਂਪੇਨ ਹੀ ਇਹਦੇ ਤੇ ਬੇਸਡ ਹੈ ਕਿ ਹੀ ਬਿਲੀਵਸ ਹੀ ਇਜ਼ ਕਮਿਟਡ ਟੂ ਡਾਈਵਰਸਿਟੀ, ਹੀ ਇਜ਼ ਕਮਿਟਡ ਟੂ ਬੋਲਡ ਆਈਡੀਆਜ਼। ਬਾਕੀ ਹਜੇ ਇਲੈਕਸ਼ਨ ਤੇ 2 ਸਾਲ ਦੂਰ ਹੈਗੀ ਹੈ, 2-2.5 ਸਾਲ, ਸੋ ਵੀ ਵਿਲ ਸੀ। ਬਟ ਫॉर ਨਾਓ ਆਈ ਥਿੰਕ ਜਿਹੜਾ ਸਭ ਤੋਂ ਜ਼ਰੂਰੀ ਉਹਨਾਂ ਦੇ ਵਾਸਤੇ ਕੰਮ ਹੋਏਗਾ ਕਿ ਪਾਰਟੀ ਨੂੰ ਇਕੱਠੇ ਲਿਆਉਣਾ, ਪਾਰਟੀ ਨੂੰ ਦੁਬਾਰਾ ਰੀਬਿਲਡ ਕਰਨਾ, ਔਰ ਪਾਰਟੀ ਨੂੰ ਦੁਬਾਰਾ ਬੋਲਡ ਐਂਡ ਐਨਰਜਾਈਜ਼ ਕਰਨਾ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸੋ ਦੋਸਤੋ, ਪੁਨੀਤ ਸੰਧਰ ਹੋਣਾ ਨਾਲ ਅਸੀਂ ਗੱਲਬਾਤ ਕੀਤੀ ਆ। ਇਸ ਮਾਮਲੇ ਦੇ ਵਿੱਚ ਕੈਵਨ ਫਾਲਕਨ ਹੋਣਾ ਦੇ ਮਾਮਲੇ ਵਿੱਚ ਇਦਾਂ ਵੀ ਲੱਗਦਾ ਸੀ ਕਿ ਦੂਜੇ ਨੰਬਰ ਦੇ ਉੱਤੇ ਬਹੁਤ ਜ਼ਿਆਦਾ ਨੈਕ ਟੂ ਨੈਕ ਕੰਪੀਟੀਸ਼ਨ ਨਹੀਂ ਸੀ। ਬਹੁਤ ਗਿਣਤੀ ਜਿਹੜੀ ਆ ਉਹ ਕੈਵਨ ਫਾਲਕਨ ਦੇ ਨਾਂ ਦੇ ਉੱਤੇ ਸਹਿਮਤ ਸੀ, ਤੇ ਸ਼ਾਇਦ ਇਹਨਾਂ ਦੀ ਇਹ ਗੱਲ ਵੀ ਬਿਲਕੁਲ ਠੀਕ ਆ ਕਿ ਜੇ ਐਨਡੀਪੀ ਨੂੰ ਕੋਈ ਇਸ ਵੇਲੇ ਲੀਡਰਸ਼ਿਪ ਰੇਸ ਦੇ ਵਿੱਚੋਂ ਟੱਕਰ ਦੇ ਸਕਦਾ ਤਾਂ ਕੈਵਨ ਫਾਲਕਨ ਇੱਕ ਤਜਰਬੇਕਾਰ ਤੇ ਬਹੁਤ ਸੁਲਝੇ ਹੋਏ ਪੁਰਾਣੇ ਪੋਲੀਟੀਸ਼ੀਅਨਸ ਨੇ। BC ਦੇ ਲੋਕ ਇਸ ਗੱਲ ਦੀ ਆਸ ਕਰ ਸਕਦੇ ਆ ਕਿ ਇੱਕ ਸਟਰੋਂਗ ਅਪੋਜੀਸ਼ਨ ਦਾ ਰੋਲ ਉਹ ਅਦਾ ਕਰਨਗੇ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਘਰਾਂ ਦੀਆਂ ਕੀਮਤਾਂ ਕਿੱਧਰ ਨੂੰ ਜਾ ਰਹੀਆਂ ਨੇ? ਕੀ ਘਰਾਂ ਦੀਆਂ ਕੀਮਤਾਂ ਦੇ ਵਿੱਚ ਉਛਾਲ ਆ ਰਿਹਾ ਹੈ ਜਾਂ ਫਿਰ ਇਹ ਕੀਮਤਾਂ ਘਟ ਰਹੀਆਂ ਨੇ? ਇਹ ਕਈ ਦਿਨਾਂ ਤੋਂ ਬਹੁਤ ਸਾਰੀਆਂ ਰਿਪੋਰਟਾਂ ਨਸ਼ਰ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਲੋਕ ਥੋੜੇ ਜਿਹੇ ਕਨਫਿਊਜ਼ ਨੇ ਕਿ ਆਖਿਰਕਾਰ ਕੀ ਉਹ ਸੋਚਣ ਇਸ ਵੇਲੇ ਕੀਮਤਾਂ ਘਟ ਰਹੀਆਂ ਨੇ ਜਾਂ ਵੱਧ ਰਹੀਆਂ ਨੇ। ਅਜਿਹੇ ਦੇ ਵਿੱਚ BC ਦੀ ਜਿਹੜੀ ਹੈ ਉਹ ਮਾਰਕੀਟ, ਜਿਹੜੀ ਘਰਾਂ ਦੀ ਮਾਰਕੀਟ ਹੈ, ਉਹ ਕਿਵੇਂ ਚੱਲ ਰਹੀ ਹੈ, ਇਸ ਬਾਰੇ ਵਿਸਥਾਰ ਦੇ ਨਾਲ ਜਾਣਦੇ ਹਾਂ ਗੁਰਵਿੰਦਰ ਧਾਲੀਵਾਲ ਤੋਂ ਕਿ ਆਖਿਰਕਾਰ ਕੀ ਲੋਕ ਸੋਚਣ ਇਸ ਵੇਲੇ ਮਾਰਕੀਟ ਦੇ ਜਿਹੜੀ ਹੈ ਉਹ ਕਿੱਧਰ ਨੂੰ ਜਾ ਰਹੀ ਹੈ, ਉਤਾਰ ਵੱਲ ਜਾਂ ਫਿਰ ਹੇਠਾਂ ਵੱਲ ਨੂੰ। ਕੈਨੇਡਾ ਦੀ ਰੀਅਲ ਸਟੇਟ ਮਾਰਕੀਟ ਦੀ ਚਰਚਾ ਸਦਾ ਹੀ ਚੱਲਦੀ ਰਹਿੰਦੀ ਹੈ, ਪਰ ਇਸ ਵੇਲੇ ਇਹ ਚਰਚਾ ਸਿਖਰ ਤੇ ਆ, ਖਾਸ ਕਰ ਟੋਰਾਂਟੋ ਤੇ ਵੈਨਕੂਵਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਨੂੰ ਲੈ ਕੇ। ਕਦੇ ਪੇਸ਼ਨਗੋਈ ਕੀਤੀ ਜਾਂਦੀ ਹੈ ਕਿ ਇਹ ਮਾਰਕੀਟ ਅਗਲੇ ਸਾਲਾਂ ਦੇ ਵਿੱਚ ਇਦਾਂ ਹੀ ਗਰਮ ਰਹਿਣੀ ਆ, ਇਹ ਮਾਰਕੀਟ ਠੰਡੀ ਨਹੀਂ ਹੋਣੀ। ਕਦੇ ਇੱਕ ਹੋਰ ਸਰਵੇ ਆ ਜਾਂਦਾ, ਇੱਕ ਹੋਰ ਰਿਪੋਰਟ ਆ ਜਾਂਦੀ ਹੈ ਜਿਹੜੀ ਇਹ ਦੱਸਦੀ ਆ ਕਿ ਘਰਾਂ ਦੀ ਸੇਲ ਘਟ ਜਾਣੀ ਆ ਇਸ ਸਾਲ ਤੇ ਅਗਲੇ ਸਾਲ ਦੇ ਵਿੱਚ, ਪਰ ਕੀਮਤਾਂ ਉਨੀਆਂ ਰਹਿਣੀਆਂ। ਤੇ ਕਦੇ ਇਹ ਆ ਜਾਂਦਾ ਕਿ ਕਿਉਂਕਿ ਇੰਟਰਸਟ ਰੇਟ ਵਧਣੇ ਆ, ਇੰਟਰਸਟ ਰੇਟ ਵਧਣ ਦੇ ਨਾਲ ਮਾਰਕੀਟ ਡਗਮਗਾ ਜਾਣੀ ਆ ਤੇ ਇਹ ਮਾਰਕੀਟ ਥੱਲੇ ਆ ਜਾਣੀ ਆ, ਘਰਾਂ ਦੀਆਂ ਕੀਮਤਾਂ ਘਟ ਜਾਣੀਆਂ। ਸੱਚ ਕੀ ਆ ਇਸ ਵੇਲੇ, ਸਥਿਤੀ ਕੀ ਆ? ਪ੍ਰਸਿੱਧ ਰੀਅਲਟਰ ਗੁਰਵਿੰਦਰ ਸਿੰਘ ਧਾਲੀਵਾਲ ਸਾਡੇ ਨਾਲ ਨੇ, ਉਹਨਾਂ ਕੋਲ ਜਾਣਦੇ ਹਾਂ। ਧਾਲੀਵਾਲ ਸਾਹਿਬ, ਕੀ ਲੱਗਦਾ ਜੀ, ਇਹ ਕਦੇ ਕੋਈ ਰਿਪੋਰਟ ਆਉਂਦੀ, ਕਦੇ ਕੋਈ ਰਿਪੋਰਟ ਆਉਂਦੀ ਆ, ਇਹ ਮਾਰਕੀਟ ਇਹਨਾਂ ਰਿਪੋਰਟਾਂ ਦੇ ਗੇੜ 'ਚ ਆਉਂਦੀ ਆ ਕਿ ਇਹ ਸਾਰਾ ਕੁਝ ਇਹ ਤੋਂ ਬਾਹਰ ਹੀ ਚਲੀ ਜਾਂਦਾ ਜੀ? ਦਰਅਸਲ ਪੇਸ਼ਨਗੋਈ ਸੁਭਾਵਿਕ ਹੀ ਹੈ ਕਿ ਜਿਹੜੇ ਐਕਸਪਰਟ ਨੇ ਉਹ ਕੁਝ ਇੱਕ ਆਪਣੇ ਅੰਦਾਜ਼ੇ ਲਾਉਂਦੇ ਨੇ, ਕਿਆਸ ਰਹੀਆਂ, ਪਰ ਜ਼ਰੂਰੀ ਨਹੀਂ ਕਿ ਉਹ ਠੀਕ ਸਿੱਧ ਹੋਣ, ਕਿਉਂਕਿ ਪਿਛਲੇ 2-3 ਵਰ੍ਹਿਆਂ ਦੇ ਵਿੱਚ ਅਸੀਂ ਦੇਖਿਆ ਬਹੁਤ ਵਾਰ ਇਸ ਤਰ੍ਹਾਂ ਹੋਇਆ ਕਿ ਕੋਵਿਡ ਦਾ ਪ੍ਰਭਾਵ ਜਿਉਂ-ਜਿਉਂ ਵਧੇਗਾ ਤਿਉਂ-ਤਿਉਂ ਮਾਰਕੀਟ ਜਿਹੜੀ ਹੈ ਥੱਲੇ ਨੂੰ ਜਾਏਗੀ, ਪਰ ਹੋਇਆ ਇਸ ਦੇ ਬਿਲਕੁਲ ਉਲਟ। ਜਿਉਂ-ਜਿਉਂ ਕੋਵਿਡ ਦਾ ਅਸਰ ਵਧਿਆ, ਮਾਰਕੀਟ ਦੇ ਵਿੱਚ ਡਿਮਾਂਡ ਜਿਹੜੀ ਹੈ ਬਹੁਤ ਹੀ ਵੱਧ ਗਈ, ਸਪਲਾਈ ਘਟ ਗਈ ਤੇ ਕੀਮਤਾਂ ਬਹੁਤ ਉੱਤੇ ਗਈਆਂ। ਅਜੇ ਵੀ ਜਿਹੜਾ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਕੋਵਿਡ ਹੈ ਜਾਂ ਹੋਰ ਪ੍ਰਭਾਵ ਹੈ, ਅਜੇ ਵੀ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਕਿ ਚਾਹੁੰਦੇ ਨੇ ਮਾਰਕੀਟ ਦੇ ਵਿੱਚ ਆਪਣੀਆਂ ਪ੍ਰੋਪਰਟੀਜ਼ ਲਿਆਉਣੀਆਂ, ਵੇਚਣੀਆਂ, ਤੇ ਪ੍ਰਾਈਸ ਜਿਹੜਾ ਹੈ ਅੰਦਾਜ਼ਾ ਜ਼ਰੂਰ ਹੁਣ ਰੀਸੈਂਟ ਇਹ ਚਰਚਾ ਚੱਲੀ ਹੈ ਕਿ ਮਾਰਚ ਦੇ ਵਿੱਚ ਫਾਰ ਸ਼ੋਰ ਜੇ ਇੰਟਰਸਟ ਰੇਟ ਵੱਧਦਾ ਤਾਂ ਥੋੜ੍ਹੀ ਜਿਹੀ ਜਿਹੜੀ ਹੈ ਮਾਰਕੀਟ ਨੂੰ ਠੱਲ ਪੈ ਜਾਏਗੀ। ਪਰ ਜਾਪਦਾ ਇਹ ਹੈ ਕਿ ਜਿਸ ਤਰੀਕੇ ਨਾਲ ਮੰਗ ਲਗਾਤਾਰ ਵੱਧ ਰਹੀ ਹੈ, ਲੋੜ ਬੜੀ ਹੈ, ਇਸ ਵੇਲੇ ਬਹੁਤ ਸਾਰੇ ਐਸੇ ਕਲਾਇੰਟਸ ਨੇ, ਕਸਟਮਰ ਨੇ ਜਿਨ੍ਹਾਂ ਨੂੰ ਚਾਹੇ ਅਪਾਰਟਮੈਂਟ, ਟਾਊਨ ਹਾਊਸ ਹੀ ਕਿਉਂ ਨਾ ਹੋਵੇ, ਸਿੰਗਲ ਫੈਮਿਲੀ ਡਵੈਲਿੰਗ ਹੋਵੇ, ਉਹਨਾਂ ਦੀ ਮੰਗ ਬਹੁਤ ਹੈ। ਸੋ ਲੱਗਦਾ ਨਹੀਂ ਕਿ ਮਾਰਕੀਟ ਥੱਲੇ ਜਾਏਗੀ। ਵੱਧ ਤੋਂ ਵੱਧ ਇਹ ਹੋ ਸਕਦਾ ਹੈ ਜਿਸ ਗਤੀ ਤੇ ਤੇਜ਼ੀ ਦੇ ਨਾਲ ਇਹ ਵੱਧ ਰਹੀ ਹੈ, ਸ਼ਾਇਦ ਉਸ ਦੇ ਵਿੱਚ ਥੋੜ੍ਹਾ ਜਿਹਾ ਉਹਦੀ ਚਾਲ ਹੈ ਜਿਹੜੀ ਹੈ ਮੱਧਮ ਪੈ ਜਾਏ, ਬਾਕੀ ਹੋਰ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਨਹੀਂ ਹੈ।
ਤੇ ਇਹ ਜਿਸ ਤਰੀਕੇ ਨਾਲ ਜਿੱਥੇ ਮਾਰਕੀਟ ਪਹੁੰਚ ਗਈ ਆ ਵੀ ਮਿਲੀਅਨ ਤੋਂ ਜ਼ਿਆਦਾ ਘੱਟ ਕੋਈ ਟਾਊਨ ਹਾਊਸ ਵੀ ਨਹੀਂ ਮਿਲ ਰਿਹਾ, ਸਿੰਗਲ ਫੈਮਿਲੀ ਹੋਮ ਜਿਹੜਾ ਉਹ ਤਾਂ ਕਿੱਥੋਂ ਮਿਲਣਾ ਆ। ਇਹ ਤੁਹਾਨੂੰ ਲੱਗਦਾ ਵੀ ਇਹ ਠੀਕ ਹੈ, ਇਹ ਚੰਗੀ ਗੱਲ ਆ ਵੀ ਲੋਕਾਂ ਦੀ ਪ੍ਰਾਪਰਟੀ ਦੀ ਵੈਲਿਊਜ਼ ਵੱਧ ਰਹੀਆਂ, ਇਹ ਤੁਸੀਂ ਚੰਗਾ ਸਮਝਦੇ ਇਹਨੂੰ ਮਾਰਕੀਟ 'ਚ? ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ ਕਿਸੇ ਵੀ ਪੱਧਰ ਤੇ, ਕਿਉਂਕਿ ਜਿਸ ਤਰ੍ਹਾਂ ਦੀ ਮਹਿੰਗਾਈ ਵੱਧ ਰਹੀ ਹੈ ਪਰ ਉਸ ਦੇ ਸਾਰੇ ਕਾਰਨ ਲੱਛਣ ਵੀ ਦੇਖਣੇ ਪੈਣੇ ਆ। ਉਹਦੇ ਕਾਰਨ ਇਹੀ ਹੈ ਕਿਉਂਕਿ ਮੰਗ ਬਹੁਤ ਜ਼ਿਆਦਾ ਹੈ। ਜੇਕਰ ਅਸੀਂ ਦੇਖਦੇ ਹਾਂ ਕਿ ਵੱਡੇ ਵੱਡੇ ਸ਼ਹਿਰ ਨੇ, ਜਿਵੇਂ ਹੁਣ ਅਸੀਂ ਸਰੀ 'ਚ ਖੜੇ ਆ, ਪ੍ਰਾਈਸ ਅੱਗ ਦੇ ਜਿਸ ਤਰ੍ਹਾਂ ਭੁੱਕੇ ਵਾਂਗੂ ਉੱਤੇ ਵੱਧ ਰਹੇ ਆ। ਜੇਕਰ ਸ਼ਹਿਰ ਅਫੋਰਡੇਬਿਲਟੀ ਵਧਾਵੇ, ਛੋਟੇ ਘਰ ਜਾਂ ਅਪਾਰਟਮੈਂਟ ਟਾਊਨ ਹਾਊਸ ਬਣਾਉਣ ਦੀਆਂ ਜਿਹੜੀਆਂ ਪਰਮਿਸ਼ਨ ਤੇਜ਼ੀ ਨਾਲ ਦੇਵੇ, ਜੇਕਰ ਉਸਾਰੀ ਦੇ ਵੱਲ ਧਿਆਨ ਦਿੱਤਾ ਜਾਵੇ, ਖੜਵੇਂ ਰੁੱਖ ਅਨੁਸਾਰ ਬਿਲਡਿੰਗ ਜਿਹੜੀਆਂ ਬਣਾ ਦਿੱਤੀਆਂ ਜਾਣ, ਜ਼ਮੀਨ ਵੀ ਬਹੁਤੀ ਖਰਾਬ ਨਾ ਹੋਵੇ, ਤਾਂ ਇਹ ਮੰਗ ਘਟ ਵੀ ਸਕਦੀ ਹੈ। ਪਰ ਨਹੀਂ ਹੁੰਦਾ, ਐਪਲੀਕੇਸ਼ਨਾਂ ਜਾਂਦੀਆਂ, ਇੰਤਜ਼ਾਰ ਕਰਨਾ ਪੈਂਦਾ ਹੈ, ਫਿਰ ਟਰਮਸ ਕੰਡੀਸ਼ਨ ਇੰਨੀਆਂ ਸਖਤ ਨੇ, ਲੋਕ ਇਸ ਭੰਬਲ ਭੂਸੇ 'ਚ ਹੁੰਦੇ ਨੇ ਕਿ ਹੁਣ ਬਜਾਏ ਇਸ ਦੇ ਮੈਂ ਘਰ ਸ਼ੁਰੂ ਕਰਾਂ ਤੇ ਮੈਨੂੰ ਸਾਲ ਡੇਢ ਸਾਲ ਇਦਾਂ ਹੀ ਲੱਗ ਜੇ, ਮੈਂ ਕੁਛ ਨਾ ਕੁਛ ਲੈ ਲਾਂ। ਹੁਣ ਟਾਊਨ ਹਾਊਸ ਕਿਸੇ ਨੇ ਸੋਚਿਆ ਨਹੀਂ ਸੀ ਕਿ ਮਿਲੀਅਨ ਤੋਂ ਉੱਪਰ 11 12 ਲੱਖ ਨੂੰ ਚਲੇ ਜਾਣਗੇ। ਨਵੇਂ ਟਾਊਨ ਹਾਊਸ ਦੀ ਕੀਮਤ ਇਸ ਤਰ੍ਹਾਂ ਵੱਧ ਰਹੀ ਹੈ। ਸੋ ਇਸ ਹਿਸਾਬ ਦੇ ਨਾਲ ਆਮ ਬੰਦੇ ਦੇ ਲਈ ਬੜਾ ਔਖਾ ਹੈ, ਪਰ ਇਸ ਦੇ ਲਈ ਜਿਹੜੇ ਤੱਤ ਜ਼ਿੰਮੇਵਾਰ ਨੇ ਉਹਨਾਂ ਵੱਲ ਵੇਖਣਾ ਚਾਹੀਦਾ। ਸਰਕਾਰ ਸੱਚਮੁੱਚ ਜੇ ਚਾਹੁੰਦੀ ਹੈ ਕਿ ਕਾਬੂ ਕਰਨਾ ਹੈ ਤਾਂ ਕਾਬੂ ਕੱਲਾ ਇੰਟਰਸਟ ਰੇਟ ਵਧਾ ਕੇ ਨਹੀਂ ਹੋਣਾ। ਇੰਟਰਸਟ ਰੇਟ ਦਾ ਗਾਜ਼ ਕਿਤੇ ਤੇ ਡਿੱਗਣਾ, ਫਿਰ ਇੱਕ ਆਮ ਬੰਦੇ ਲਈ ਵੀ ਮੁਸ਼ਕਲ ਹੋਣਾ ਖਰੀਦਣ ਵਾਸਤੇ। ਅਸੀਂ ਕਹਿੰਦੇ ਤਾਂ ਹੈ ਸਰਕਾਰ ਮਾਰਕੀਟ ਨੂੰ ਕਿੱਦਾਂ ਕੰਟਰੋਲ ਕਰ ਸਕਦੀ ਹੈ? ਸਰਕਾਰ ਦੇ ਹੱਥ 'ਚ ਇਹ ਹੈ ਕਿ ਮਿਊਨਿਸਪੈਲਿਟੀਜ਼ ਦੇ ਨਾਲ ਕੋਆਰਡੀਨੇਸ਼ਨ ਰੱਖੇ। ਸਾਰੇ ਸ਼ਹਿਰ ਆ ਜਿਹੜੇ, ਜਿਨ੍ਹਾਂ ਸ਼ਹਿਰਾਂ ਦੇ ਵਿੱਚ ਕੀਮਤਾਂ ਵਧੀਆਂ ਹੋਈਆਂ ਨੇ, ਉਹ ਇਸ ਹਿਸਾਬ ਦਾ ਸਿਸਟਮ ਬਣਾਉਣ ਕਿ ਜਿਹੜੀ ਡਿਵੈਲਪਮੈਂਟ ਹੈ ਸਹੀ ਢੰਗ ਦੇ ਨਾਲ, ਠੀਕ ਹੈ ਜ਼ਮੀਨ ਵੀ ਖਰਾਬ ਨਾ ਹੋਵੇ ਪਰ ਡਿਵੈਲਪਮੈਂਟ ਚਾਹੀਦੀ ਹੈ। ਲੋਕ ਵੱਧ ਰਹੇ ਨੇ, ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਸੱਦਾ ਦੇ ਰਹੇ ਹੋ, ਮਾਈਗ੍ਰੇਟ ਹੋ ਕੇ ਆ ਰਹੇ ਨੇ, ਚੰਗੀ ਗੱਲ ਹੈ। ਕੈਨੇਡਾ ਖੁੱਲ੍ਹਾ ਜਿਹੜਾ ਹੈ ਸੱਦਾ ਦੇ ਰਿਹਾ ਹੈ, ਪਰ ਉਸ ਦੇ ਮੁਤਾਬਕ ਪ੍ਰਬੰਧ ਵੀ ਕਰੋ। ਜੇ ਪ੍ਰਬੰਧ ਨਹੀਂ ਕਰਦੇ ਤਾਂ ਉਹਨਾਂ ਨੇ ਆ ਕੇ ਵਿੱਚ ਫਸਣਾ, ਫਿਰ ਉਦੋਂ ਬਾਅਦ ਕੀਮਤਾਂ ਵਧਣਗੀਆਂ, ਫਿਰ ਉਹਨਾਂ ਲਈ ਜਿਹੜੀ ਹੈ ਉਹ ਅਫੋਰਡ ਕਰਨਾ ਮੁਸ਼ਕਲ ਹੋਏਗਾ। ਹੁਣ ਨਵੀਂ ਜਨਰੇਸ਼ਨ ਜਿਹੜੀ ਹੈ ਉਹ ਕੀ ਕਰੇਗੀ? ਉਹਨਾਂ ਨੇ ਅਪਾਰਟਮੈਂਟ, ਕੋਂਡੋ, ਟਾਊਨ ਹਾਊਸ ਹੀ ਲੈਣੇ ਆ, ਘਰ ਲੈ ਨਹੀਂ ਸਕਦੇ। ਸੋ ਇਸ ਕਿਸਮ ਦਾ ਜਿਹੜਾ ਮਾਹੌਲ ਹੈ ਉਸ ਨੂੰ ਸਰਕਾਰ ਤਰੀਕੇ ਨਾਲ ਕਾਬੂ ਕਰ ਸਕਦੀ ਹੈ। ਇਕੱਲਾ ਇੰਟਰਸਟ ਰੇਟ ਵਧਾਉਣ ਨਾਲ ਕਾਬੂ ਨਹੀਂ ਹੋਣਾ। ਇੱਕ ਤੱਤ ਤਾਂ ਹੈ ਪਰ ਸਾਰੇ ਫੈਕਟਰ ਇਹ ਨਹੀਂ ਹੈ। ਸੋ ਜਿੰਨੀ ਵਿਕਾਸ ਦਾ ਸਹੀ ਰੂਪ ਹੈ ਉਹ ਇਹ ਹੈ ਕਿ ਕੰਸਟਰਕਸ਼ਨ ਜਿਹੜਾ ਹੈ ਵਧਾਈ ਜਾਵੇ, ਮੁਸ਼ਕਲਾਂ ਥੋੜ੍ਹੀਆਂ ਜਿਹੀਆਂ ਹੱਲ ਕੀਤੀਆਂ ਜਾਣ, ਇਮਾਰਤ ਉਸਾਰੀ ਦੇ ਵਿੱਚ ਉਸ ਹਿਸਾਬ ਨਾਲ ਜਿਵੇਂ ਜਿਵੇਂ ਵਧੇਗੀ ਤਿਉਂ ਕੰਪੀਟੀਸ਼ਨ ਘਟੇਗਾ। ਸੋ ਡਿਮਾਂਡ ਸਪਲਾਈ ਦੀ ਜਿਹੜੀ ਦਰ ਹੈ ਉਹ ਬਰਾਬਰ ਨਾ ਹੋਣ ਕਾਰਨ ਬੜੀ ਵੱਡੀ ਮੁਸ਼ਕਲ ਬਣੀ ਹੈ। ਇੱਕ ਪ੍ਰੋਪਰਟੀ ਦੇ ਉੱਪਰ ਜੇ 10-10 ਆਫਰਸ ਆ ਰਹੀਆਂ ਤਾਂ ਇਹਦਾ ਕਾਰਨ ਕੀ ਹੈ? ਇਹਦਾ ਮਤਲਬ ਇਹ ਹੈ ਕਿ ਚੀਜ਼ ਘੱਟ ਹੈ, ਤਾਂ ਹੀ ਲੋਕ ਕੋਈ ਰੀਅਲਟਰਸ ਦੇ ਹੱਥ 'ਚ ਵੀ ਹੈਗਾ ਇਹ ਕੁਛ ਨਾ ਕੁਛ। ਕਈ ਵਾਰੀ ਕਹਿੰਦੇ ਇਹ ਵੀ ਕੁਛ ਕਰ ਜਾਂਦੇ ਵੀ ਉਹਨੂੰ ਘੱਟ ਲਾ ਕੇ ਤਾਂ ਫਿਰ ਇਹ ਜੀ ਉਹਦੇ ਤੋਂ 3 ਲੱਖ ਉੱਤੇ ਚਲੇ ਗਈ, ਉਹਦੇ ਤੋਂ 5 ਲੱਖ ਮਹਿੰਗੀ ਵਿਕ ਗਈ। ਇੱਕ ਇਸ ਤਰ੍ਹਾਂ ਦਾ ਮਾਹੌਲ ਮਾਰਕੀਟ ਦੇ ਵਿੱਚ ਬਣਾਉਣ ਦੇ ਲਈ ਵੀ ਦੇਖੋ ਮਾਰਕੀਟ 'ਚ ਤਾਂ ਡਿਮਾਂਡ ਹੀ ਇੰਨੀ ਜ਼ਿਆਦਾ ਹੈ, ਇਹਨਾਂ ਦੇ ਹੱਥ 'ਚ ਵੀ ਕੁਛ ਹੁੰਦਾ? ਦੇਖੋ ਅਸੀਂ ਇਸ 'ਤੇ ਗੱਲਬਾਤ ਕਰ ਰਹੇ ਹਾਂ। ਇੱਕ ਮਸਲਨ ਹੈ ਕਿ ਤੁਸੀਂ ਇੱਕ ਮਕਾਨ ਮਾਲਕ ਹੋ, ਵਿਕਰੇਤਾ ਹੋ, ਤੁਸੀਂ ਇਹ ਕਹਿਣਾ ਕਿ ਉਹ ਤਰੀਕਾ ਦੱਸ ਜਿਹੜੇ ਤਰੀਕੇ ਨਾਲ ਮੈਨੂੰ ਵੱਧ ਤੋਂ ਵੱਧ ਪੈਸੇ ਮਿਲਣ। ਅਤੇ ਇੱਕ ਰੀਅਲਟਰ ਹੋਣ ਦੇ ਨਾਤੇ ਬੰਦਾ ਉਹਦੇ ਸਾਹਮਣੇ ਰੱਖ ਦਿੰਦਾ ਵੀ ਅੱਜ ਦੀ ਮਾਰਕੀਟ 'ਚ ਕੰਪੀਟੀਸ਼ਨ ਹੈ, ਸੋ ਜੇ ਅਸੀਂ ਪ੍ਰਾਈਸ ਸਹੀ ਲਾਉਣੇ ਆ ਤਾਂ ਤੈਨੂੰ 1-2 ਆਫਰਸ ਆਉਣਗੀਆਂ, ਜੇ ਘੱਟ ਲਾਉਣੇ ਆ ਤਾਂ ਮਲਟੀਪਲ ਆ ਜਾਣਗੀਆਂ। ਹੁੰਦਾ ਇਹ ਹੈ ਕਿ ਪਹਿਲਾਂ ਹੀ ਕੀਮਤ ਜਾਣਬੁੱਝ ਕੇ ਘੱਟ ਲਾਈ ਜਾਂਦੀ ਹੈ ਅਤੇ ਉਹ ਸੈਲਰ ਦੀ ਇੱਛਾ ਹੁੰਦੀ ਹੈ। ਖਰੀਦਦਾਰ ਹਮੇਸ਼ਾ ਇਹ ਚਾਹੁੰਦਾ ਹੈਗਾ ਕਿ ਮੈਨੂੰ ਸਸਤੀ ਤੋਂ ਸਸਤੀ ਚੀਜ਼ ਮਿਲੇ। ਜਦੋਂ ਦੇਖਦਾ ਕਿ 12 ਲੱਖ ਦਾ ਮਕਾਨ ਇੱਥੇ ਤਾਂ 14 ਦੇ ਵਿਕੇ ਆ, ਉਹ ਕਹਿੰਦਾ ਮੈਂ ਆਫਰ ਪਾਉਣੀ ਸ਼ੁਰੂ ਕਰਾਂ। ਇੱਕ ਤੋਂ ਬਾਅਦ ਦੂਜਾ, ਤੀਜਾ, ਚੌਥਾ ਕੰਪੀਟੀਸ਼ਨ ਬਣ ਗਿਆ। ਉਹ 15 ਵਾਲਾ ਵੀ 15.5 16 'ਤੇ ਚਲਿਆ ਜਾਂਦਾ, ਕਿਉਂਕਿ ਜਦੋਂ ਇੱਕ ਰੇਸ ਦੇ ਵਿੱਚ ਅਸੀਂ ਸ਼ਾਮਲ ਹੁੰਦੇ ਹਾਂ ਫਿਰ ਭੁੱਲ ਜਾਂਦੇ ਹਾਂ। ਸੋ ਇਹ ਦੋਸ਼ ਦੇਣਾ ਇਹ ਗਲਤ ਹੈ ਕਿ ਰੀਅਲਟਰ ਉਸ ਨੂੰ ਜਿਹੜਾ ਹੈ ਵਧਾ ਰਹੇ ਨੇ। ਮਜਬੂਰੀ ਇਹ ਹੈ ਕਿ ਸੈਲਰ ਜਦੋਂ ਚਾਹੁੰਦਾ ਹੈ ਕਿ ਮੈਂ ਲਿਸਟਿੰਗ ਤਾਂ ਦੇਣੀ ਹੈ ਕਿ ਮੈਨੂੰ ਪੈਸੇ ਵੱਧ ਤੋਂ ਵੱਧ ਵਟਾ, ਇੱਕ ਨਹੀਂ ਤਾਂ ਦੂਸਰਾ ਕਿੰਨੇ ਲਾਈਨ 'ਚ ਖੜੇ ਨੇ, ਇਹਨੇ ਇੱਕ ਰੀਅਲਟਰ ਤਾਂ ਹੈ ਨਹੀਂ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੇ, ਉਹ ਫਿਰ ਉਹ ਸਿਲਸਿਲਾ ਚੱਲਦਾ। ਇੱਕ ਇਸ 'ਚ ਨੁਕਤਾ ਹੋਰ ਵੀ ਹੈ, ਸੈਲਰ ਕਈ ਵਾਰ ਇੱਕ ਗੁਸਤਾਖੀ ਗਲਤੀ ਕਰ ਜਾਂਦੇ ਨੇ। ਉਹ ਇਹ ਹੈ ਕਿ ਉਹ ਸੋਚਦੇ ਨੇ ਕਿ ਘੱਟ ਪ੍ਰਾਈਸ 'ਤੇ ਅਸੀਂ ਲਿਸਟ ਕਰ ਦਿੱਤਾ ਅਤੇ ਹੁਣ ਅਸੀਂ ਇੰਨੀ ਕੀਮਤ ਲੈਣੀ ਹੈ। ਜੇਕਰ ਖੁਦਾ ਨਾ ਖਾਸਤਾ ਉਸ ਪੱਧਰ 'ਤੇ ਕੀਮਤ 2-3 ਲੱਖ ਨਾ ਵਧੇ ਅਤੇ ਅੱਗੇ ਉਹ ਰੀਅਲਟਰ ਆਪਣਾ ਉਸ ਲਈ ਸਟੈਂਡ ਲੈ ਲਵੇ ਕਿ ਮੈਂ ਤਾਂ ਆਪਣੀ ਮਿਹਨਤ ਕਰ ਦਿੱਤੀ ਹੈ। ਇੱਕ ਕਲੌਜ਼ ਵੀ ਹੁੰਦੀ ਹੈ ਕੰਟਰੈਕਟ, ਲਿਸਟਿੰਗ ਕੰਟਰੈਕਟ ਦੇ ਵਿੱਚ, ਕਿ ਜਿਹੜੀ ਆਸਕਿੰਗ ਪ੍ਰਾਈਸ ਹੈ ਜੇ ਉਹਨੂੰ ਮੈਚ ਕਰ ਦਿੰਦਾ ਰੀਅਲਟਰ
ਤਾਂ ਸੈਲਰ ਨੂੰ ਹੈਵ ਟੂ ਵੇਚਣਾ ਪੈਂਦਾ। ਇਹ ਕਲੌਜ਼ ਵੱਲ ਸਾਡੇ ਸੈਲਰ ਜਾਂਦੇ ਨਹੀਂ। ਮੈਂ ਇਹ ਵੀ ਗੁਜ਼ਾਰਿਸ਼ ਕਰਾਂਗਾ ਉਹਨਾਂ ਨੂੰ ਕਿ ਥੋੜ੍ਹਾ ਖਿਆਲ ਵੀ ਰੱਖਣ। ਜੇ ਕਿਤੇ ਨਾ ਕਿਤੇ ਕੁੰਡੀ ਫਸ ਗਈ ਨਾ ਤਾਂ ਫਿਰ ਹੱਕ ਜਿਹੜਾ ਹੈ ਬਣ ਜਾਂਦਾ ਕਿ ਤੁਹਾਡੀ ਬਰਾਬਰ ਦੀ ਆਫਰ ਲੈਣ ਦੀ ਤੁਸੀਂ ਲਿਸਟ ਕੀਤਾ ਸੀ। ਸੋ ਕੰਪੀਟੀਸ਼ਨ ਦੇ ਵਿੱਚ ਕਈ ਨੁਕਤੇ ਅਸੀਂ ਭੁੱਲ ਰਹੇ ਹਾਂ, ਪਰ ਇਹ ਰੁਝਾਨ ਬਣ ਚੁੱਕਿਆ ਹੁਣ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ ਜੀ, ਮਿਹਰਬਾਨੀ। ਦੋਸਤੋ, ਡਾਕਟਰ ਗੁਰਿੰਦਰ ਸਿੰਘ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਆ। ਇਸ ਵੇਲੇ ਕਿਸੇ ਨੂੰ ਵੀ ਕੋਈ ਸਮਝ ਨਹੀਂ ਆ ਰਿਹਾ ਇਸ ਮਾਰਕੀਟ ਬਾਰੇ। ਲੋਕਾਂ ਨੂੰ ਇਦਾਂ ਲੱਗਣ ਲੱਗ ਪਿਆ ਵੀ ਸਾਰੀ ਉਮਰ ਨੌਕਰੀ ਕਰਕੇ ਵੀ ਉਨੇ ਪੈਸੇ ਨਹੀਂ ਜੁੜੇ ਜਾ ਸਕਦੇ ਜਿੰਨੇ ਇੱਕ ਅੱਧੇ ਸਾਲ ਦੇ ਵਿੱਚ ਇੱਕ ਅੱਧਾ ਘਰ ਵੇਚ ਕੇ ਜੋੜੇ ਜਾ ਸਕਦੇ ਆ। ਜਿਨ੍ਹਾਂ ਲੋਕਾਂ ਨੇ ਆਪਣੇ ਘਰ ਸਮੇਂ ਦੇ ਨਾਲ ਵੇਚ ਕੇ ਗਾਂਹ ਲੈ ਲਏ, ਉਹਨਾਂ ਕੋਲ ਬਹੁਤ ਸਾਰੇ ਪੈਸੇ ਹੋ ਗਏ, ਤੇ ਜਿਹੜੇ ਇਸ ਗੱਲ ਤੋਂ ਖੁੰਝ ਗਏ ਉਹ ਆਪਣੇ ਜੀਵਨ ਦੇ ਵਿੱਚ ਉਸੇ ਤਰ੍ਹਾਂ ਜਿਹੜਾ ਆਈ ਚਲਾਈ ਦਾ ਸੰਘਰਸ਼ ਕਰਦੇ ਰਹਿ ਗਏ। ਕਿੰਨਾ ਕੁ ਇਸ ਮਾਰਕੀਟ ਦੇ ਵਿੱਚ ਇਸ ਵੇਲੇ ਇਨਵੈਸਟ ਕਰਨਾ ਸਹੀ ਆ, ਕਿੰਨੀਆਂ ਕੁ ਕੀਮਤਾਂ ਵੱਧ ਰਹੀਆਂ, ਇਹ ਸਾਰਿਆਂ ਲਈ ਚੰਗੀਆਂ, ਜਾਂ ਜਿਨ੍ਹਾਂ ਨੇ ਪਹਿਲੀ ਵਾਰ ਘਰ ਲੈਣੇ ਉਹਨਾਂ ਲਈ ਇਹ ਕਿੰਨਾ ਕੁ ਔਖਾ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਜਿੱਦਾਂ ਫਿਲਹਾਲ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। BC ਦੇ ਵਿੱਚ ਆਖਿਰਕਾਰ ਜਿਹੜੀ ਹੈ ਕਈ ਨੌਕਰੀਆਂ ਦੀ ਡਿਮਾਂਡ ਕੀਤੀ ਜਾ ਰਹੀ, ਕਈ ਅਸਾਮੀਆਂ ਇਸ ਵੇਲੇ ਖਾਲੀ ਹੋ ਰਹੀਆਂ ਨੇ, ਹੋ ਚੁੱਕੀਆਂ ਵੀ ਨੇ, ਤੇ ਅੱਗੇ ਵੀ ਉਮੀਦ ਜਤਾਈ ਜਾ ਰਹੀ ਹੈ। ਪਰ ਉਹਨਾਂ ਨੂੰ ਭਰਨ ਦੇ ਲਈ ਕੀ ਕੁਝ ਕੀਤਾ ਜਾ ਰਿਹਾ ਹੈ? ਕੀ ਇਮੀਗ੍ਰੈਂਟਸ ਜਿਹੜੇ ਆਉਣਗੇ ਉਹ ਇਹਨਾਂ ਅਸਾਮੀਆਂ ਨੂੰ ਭਰ ਪਾਉਣਗੇ? ਸਰਕਾਰ ਕੀ ਇਹਦੇ ਲਈ ਪਲੈਨਿੰਗ ਕਰ ਰਹੀ ਹੈ? BC ਦੇ ਵਿੱਚ ਇਸ ਵੇਲੇ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਖਾਲੀ ਹੋ ਰਹੇ ਨੇ, ਕਿਉਂਕਿ ਰਿਟਾਇਰਮੈਂਟ ਵੇਵ ਕਰਕੇ ਵੀ ਜਿਹੜੀ ਹੈ ਇਹਨਾਂ ਅਸਾਮੀਆਂ ਨੂੰ ਇਸ ਵੇਲੇ ਭਰਨ ਦੀ ਲੋੜ ਹੈ। ਲੇਬਰ ਮਾਰਕੀਟ ਦੇ ਵਿੱਚ ਬਹੁਤ ਸਾਰੇ ਲੋਕ ਹੈ, ਜੇ ਇਮੀਗ੍ਰੇਸ਼ਨ ਜਿਹੜੀ ਹੈ ਉਸ ਨੂੰ ਫਾਸਟ ਕੀਤਾ ਜਾਂਦਾ, ਯਾਨੀ ਬੈਕਲੌਗ ਕਲੀਅਰ ਕੀਤਾ ਜਾਂਦਾ, ਤਾਂ ਬਹੁਤ ਸਾਰੇ ਲੋਕ ਆ ਸਕਦੇ ਨੇ, ਕਿਉਂਕਿ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਇੱਥੇ ਲੇਬਰ ਦੇ ਵਿੱਚ ਲੋਕਾਂ ਦੀ ਲੋੜ ਹੈ। ਆਓ ਜਾਣਦੇ ਹਾਂ ਕਿਹੜੀ ਕਿਹੜੀ ਕੈਟਾਗਰੀ ਇਸ ਵੇਲੇ ਹੌਟ ਚੱਲ ਰਹੀ ਹੈ, ਕਿਹੜੀ ਕਿਹੜੀ ਕੈਟਾਗਰੀ ਦੇ ਵਿੱਚ ਅਸਾਮੀਆਂ ਖਾਲੀ ਪਈਆਂ ਨੇ, ਤੇ ਇਮੀਗ੍ਰੈਂਟਸ ਜਦੋਂ ਆਉਂਦੇ ਨੇ ਤਾਂ ਕਿੰਨੇ ਇਸ ਵੇਲੇ ਇਮੀਗ੍ਰੈਂਟਸ ਜਿਹੜੇ ਲੋਕ ਨੇ, ਯਾਨੀ ਕਿ ਲੇਬਰ ਮਾਰਕੀਟ ਦੇ ਵਿੱਚ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਭਰਨ ਦੀ ਲੋੜ ਹੈ। ਆਓ ਇੱਕ ਰਿਪੋਰਟ ਜ਼ਰੀਏ ਜਾਣਦੇ ਹਾਂ। BC ਇਮੀਗ੍ਰੈਂਟਸ, ਟੈਂਪਰੇਰੀ ਫੋਰਨ ਵਰਕਰਸ ਤੇ ਉੱਚ ਮੰਗ ਵਾਲੀਆਂ ਨੌਕਰੀਆਂ ਦੇ ਵਿੱਚ ਕੈਰੀਅਰ ਬਦਲਣ ਵਾਲੇ ਲੋਕਾਂ ਤੋਂ ਅਗਲੇ 10 ਸਾਲਾਂ ਵਿੱਚ ਕਿਰਤ ਦੀ ਮੰਗ ਨੂੰ ਪੂਰਾ ਕਰਨ ਲਈ ਕਾਫੀ ਹੋਣ ਦੀ ਉਮੀਦ ਨਹੀਂ ਕੀਤੀ ਜਾਂਦੀ, ਕਿਉਂਕਿ ਸੇਵਾ ਮੁਕਤੀ ਆਬਾਦੀ ਦੇ ਵਾਧੇ ਨੂੰ ਪਛਾੜ ਦਿੰਦੀ ਹੈ, ਯਾਨੀ ਕਿ ਰਿਟਾਇਰਮੈਂਟ। BC ਦੁਆਰਾ ਸੋਮਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਲੇਬਰ ਮਾਰਕੀਟ ਆਊਟਲੁੱਕ ਰਿਪੋਰਟ ਦਾ ਇਹ ਸਿੱਟਾ ਹੈ। ਸਰਕਾਰ ਬੇਸ਼ੱਕ ਫੈਡਰਲ ਇਮੀਗ੍ਰੇਸ਼ਨ ਵਧਣ ਦੀ ਉਮੀਦ ਦੇ ਵਿੱਚ ਹੈ, ਤੇ 2021 ਤੇ 2031 ਦੇ ਵਿਚਕਾਰ 3,46,000 ਨਵੇਂ ਪ੍ਰਵਾਸੀ ਕਾਮਿਆਂ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਮੌਜੂਦਾ ਅੰਦਾਜ਼ੇ ਦੇ ਮੁਤਾਬਕ 83,000 ਖਾਲੀ ਅਸਾਮੀਆਂ ਜਿਹੜੀਆਂ ਨੇ ਉਹ ਹੋਣਗੀਆਂ। ਇਹ 2019 ਲੇਬਰ ਮਾਰਕੀਟ ਦੇ ਦ੍ਰਿਸ਼ਟੀਕੋਣ ਦੇ ਵਿੱਚ ਅਨੁਮਾਨਿਤ 49,000 ਖਾਲੀ ਜਿਹੜੀਆਂ ਯਾਨੀ ਅਧੂਰੀਆਂ ਨੌਕਰੀਆਂ ਦੇ ਵਿੱਚੋਂ ਇੱਕ ਵੱਡੀ ਛਾਲ ਹੈ। ਕੋਵਿਡ-19 ਮਹਾਮਾਰੀ ਤੇ ਇਸ ਦੇ ਆਰਥਿਕ ਪ੍ਰਭਾਵਾਂ ਤੋਂ ਅਨਿਸ਼ਚਿਤਤਾ ਦੇ ਕਾਰਨ 2020 ਦੀ ਭਵਿੱਖਬਾਣੀ ਜਾਰੀ ਨਹੀਂ ਕੀਤੀ ਗਈ ਸੀ। ਐਡਵਾਂਸਡ ਐਜੂਕੇਸ਼ਨ ਮੰਤਰੀ ਐਨਕੰਗ ਤੇ ਨੌਕਰੀ ਮੰਤਰੀ ਰਵੀ ਕਾਲੋ ਦਾ ਕਹਿਣਾ ਹੈ ਕਿ ਉਹਨਾਂ ਨੌਕਰੀਆਂ ਨੂੰ ਆਯੋਜਨ ਦੁਆਰਾ ਬਦਲਣਾ ਹੋਵੇਗਾ ਜਾਂ ਕਰਮਚਾਰੀਆਂ ਦੇ ਵਿੱਚ ਲਿਆਂਦੇ ਬੇਰੁਜ਼ਗਾਰ ਲੋਕਾਂ ਦੇ ਦੁਆਰਾ ਭਰਿਆ ਜਾਵੇਗਾ। ਰਵੀ ਕਾਲੋ ਜਿਹੜੇ ਨੇ ਉਹਨਾਂ ਨੇ 7 ਫਰਵਰੀ ਨੂੰ ਕਿਹਾ ਕਿ ਇਸੇ ਲਈ ਸਾਡੀ ਆਗਾਮੀ ਆਰਥਿਕ ਯੋਜਨਾ ਭਵਿੱਖ ਦੀਆਂ ਨੌਕਰੀਆਂ ਦਾ ਸਮਰਥਨ ਕਰਨ ਲਈ ਪ੍ਰਤਿਭਾ ਨੂੰ ਆਕਰਸ਼ਿਤ ਕਰਨ, ਵਿਕਸਿਤ ਕਰਨ ਤੇ ਬਰਕਰਾਰ ਰੱਖਣ ਦੇ ਲਈ ਇੱਕ ਪੀੜ੍ਹੀ ਦੀ ਵਚਨਬੱਧਤਾ ਨੂੰ ਅੱਗੇ ਵਧਾਏਗੀ। ਹੁਣ 2031 ਤੱਕ 10 ਲੱਖ ਤੋਂ ਵੱਧ ਨੌਕਰੀਆਂ ਦੇ ਖੁੱਲ੍ਹਣ ਵਿੱਚੋਂ 63% ਦੀ ਉਹਨਾਂ ਲੋਕਾਂ ਦੀ ਥਾਂ ਲੈਣ ਲਈ ਨੇ ਜੋ ਸੇਵਾ ਮੁਕਤ ਹੋ ਰਹੇ ਨੇ, ਯਾਨੀ ਕਿ ਜੋ ਰਿਟਾਇਰ ਹੋ ਰਹੇ ਨੇ ਜਾਂ ਕੰਮ ਨੂੰ ਪੱਕੇ ਤੌਰ ਤੇ ਛੱਡ ਰਹੇ ਨੇ। ਬਾਕੀ 37% ਦੀ ਆਰਥਿਕ ਵਿਕਾਸ ਤੇ ਮਹਾਮਾਰੀ ਤੋਂ ਰਿਕਵਰੀ ਦੁਆਰਾ ਪੈਦਾ ਹੋਈਆਂ ਨਵੀਆਂ ਨੌਕਰੀਆਂ ਹੋਣ ਦੀ ਉਮੀਦ ਦੇ ਵਿੱਚ ਨੇ, ਜਿਸ ਨੇ ਸੈਰ ਸਪਾਟਾ ਤੇ ਹੋਰ ਉਦਯੋਗਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਦ੍ਰਿਸ਼ਟੀਕੋਣ ਦਾ ਅੰਦਾਜ਼ਾ ਹੈ ਕਿ ਇੱਥੇ 1,75,000 ਨੌਕਰੀਆਂ ਨੇ ਜਿਨ੍ਹਾਂ ਦੇ ਜਿਹੜਾ ਆਯੋਜਨ ਦੀ ਪੂਰੀ ਸੰਭਾਵਨਾ ਹੈ। ਹੈਲਥ ਕੇਅਰ, ਸੋਸ਼ਲ ਅਸਿਸਟੈਂਸ ਤੇ ਸਿੱਖਿਆ ਦੇ ਵਿੱਚ ਸਭ ਤੋਂ ਵੱਧ ਨੌਕਰੀਆਂ ਦੇ ਖੁੱਲ੍ਹਣ ਦੀ ਉਮੀਦ ਹੈ। ਇਹਨਾਂ ਵਿੱਚ ਅਰਲੀ ਚਾਈਲਡਹੁੱਡ ਸਿੱਖਿਆ ਸ਼ਾਮਿਲ ਹੈ, ਕਿਉਂਕਿ ਕੈਨੇਡਾ ਦੇ ਵਿੱਚ ਸਬਸਿਡੀ ਵਾਲੇ ਡੇ ਕੇਅਰ ਮਾਰਚ ਵੱਲ ਵੱਧਦਾ ਹੈ, ਨਾ ਹੀ ਚਾਈਲਡ ਪ੍ਰੋਟੈਕਸ਼ਨ, ਸਲਾਹ, ਕਮਿਊਨਿਟੀ ਹਾਊਸਿੰਗ ਤੇ ਭੋਜਨ ਸੇਵਾਵਾਂ ਵੀ ਸ਼ਾਮਿਲ ਨੇ। ਸਾਇੰਸ ਤੇ ਤਕਨਾਲੋਜੀ ਦੀਆਂ ਨੌਕਰੀਆਂ ਦੇ ਵਿੱਚ ਦਹਾਕੇ ਦੌਰਾਨ 1,11,000 ਨੌਕਰੀਆਂ ਦੀ ਉਮੀਦ ਹੈ, ਤੇ ਹੋਰ 85,000 ਕੁੱਕ ਤੇ ਆਟੋ ਮਕੈਨਿਕ ਤੋਂ ਲੈ ਕੇ ਕੰਸਟਰਕਸ਼ਨ ਵਰਕਰਸ ਤੇ ਹੇਅਰ ਸਟਾਈਲਿਸ਼ ਤੱਕ ਹੁਨਰਮੰਦ ਵਪਾਰਾਂ ਵਿੱਚ ਵਾਧਾ ਹੋਣ ਦੀ ਉਮੀਦ ਹੈ। BC ਸਰਕਾਰ ਨੇ ਪੋਸਟ ਸੈਕੰਡਰੀ ਸਿਖਲਾਈ ਦਾ ਵਿਸਥਾਰ ਕਰਨਾ ਜਾਰੀ ਰੱਖਿਆ ਹੈ, ਜਿਸ ਵਿੱਚ 500 ਨਵੇਂ ਨਰਸਿੰਗ ਸਪੇਸ ਤੇ 27,000 ਹੋਰ ਅਪ੍ਰੈਂਟੀਸਸ਼ਿਪ ਤੇ ਜਨਤਕ ਤੇ ਗੈਰ ਜਨਤਕ ਸੰਸਥਾਵਾਂ ਦੇ ਵਿੱਚ ਫਾਊਂਡੇਸ਼ਨ ਸਿਖਲਾਈ ਸ਼ਾਮਿਲ ਹੈ। ਪ੍ਰੋਵਿੰਸ ਨੇ ਲੋਕਾਂ ਨੂੰ ਕੰਮ ਤੇ ਸਿਖਲਾਈ ਦੇ ਮੌਕੇ ਲੱਭਣ ਦੇ ਵਿੱਚ ਮਦਦ ਕਰਨ ਲਈ ਨਵੇਂ ਆਨਲਾਈਨ ਟੂਲ ਬਣਾਏ ਨੇ, ਜਿਸ ਵਿੱਚ ਇੱਕ ਕਰੀਅਰ ਤਬਦੀਲੀ ਖੋਜ ਟੂਲ ਤੇ ਅਧਿਆਪਕਾਂ ਤੇ ਸਲਾਹਕਾਰਾਂ ਲਈ ਸਿੱਖਿਆ ਸਰੋਤ ਸ਼ਾਮਿਲ ਨੇ। ਜਿਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਤੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਖਾਸ ਅਪਡੇਟ।
ਲੋ ਅੱਜ ਅਸੀਂ ਪਹੁੰਚੇ ਹਾਂ ਜੀ ਇੱਥੇ ਸ਼ਫੀ ਬੇਕਰੀ ਤੇ, ਜਿੱਥੇ ਲੋਕ ਇਕੱਠੇ ਹੋ ਰਹੇ ਨੇ ਜਿਹੜੇ ਕਸ਼ਮੀਰ ਦੇ ਇਸ਼ੂ ਦੇ ਉੱਤੇ ਜਿਹੜੀਆਂ ਉੱਥੇ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ ਉਹਨਾਂ ਦੇ ਖਿਲਾਫ ਜਿਹੜੇ ਆ ਲੋਕਾਂ ਦੇ ਵਿੱਚ ਇੱਥੇ ਅਵੇਅਰਨੈਸ ਕ੍ਰੀਏਟ ਕੀਤੀ ਜਾ ਰਹੀ ਹੈ ਵੀ ਕਸ਼ਮੀਰ 'ਚ ਹੋ ਕੀ ਰਿਹਾ ਹੈ। ਮੇਰੇ ਨਾਲ ਇਸ ਵੇਲੇ ਮਹਿਮੂਦ ਬੱਟ ਸਾਹਿਬ ਨੇ, ਉਹਨਾਂ ਤੋਂ ਪੁੱਛਦੇ ਹਾਂ ਵੀ ਇਹਨਾਂ ਦਾ ਮੇਨ ਮਕਸਦ ਤੇ ਅੱਜ ਦੀ ਜਿਹੜੀ ਕਾਰਵਾਈ ਆ ਇੱਥੇ ਸ਼ਫੀ बेकरी ਦੇ ਵਿੱਚ ਉਹ ਕੀ ਹੋਵੇਗੀ। भट्ट साहब, आज ये जो आप कर रहे हैं इधर कश्मीर के मसले में लोगों को इकट्ठे, क्या मेन पर्पस क्या है? जी, आज 5 फरवरी है और 5 फरवरी जो है हर साल जो है कश्मीर सॉलिडारिटी डे के तौर पे मनाया जाता है पाकिस्तान में, कश्मीर में। तो दिस इज़ द डे जब सब पाकिस्तानी, सब कश्मीरी कम्युनिटी जो है वो कश्मीर में जो भी हालात हैं, कश्मीर के अंदर जो लोग रह रहे हैं उनके साथ सॉलिडारिटी, उनको सपोर्ट करने के लिए और कश्मीर की जो स्ट्रगल है उसको सपोर्ट करने के लिए अपना ताउन पेश करते हैं। तो आज हम उसी सिलसिले में यहाँ पे इकट्ठा हुए हैं ताकि हम जो है अपना सपोर्ट और अपनी सॉलिडारिटी जो है जो उन लोगों के साथ शो कर सकें जो इंडियन एडमिनिस्ट्रेटेड कश्मीर में अभी हैं और जो हालात का जो भी हालात वहाँ पे हैं उसका सामना कर रहे हैं। देखिए 600 से ज़्यादा दिन हो चुके हैं उधर, जब से वो 370 उन्होंने ख़त्म किया है। उसके बाद इधर पहले भी आप लोगों ने क्या कहते हैं प्रोटेस्ट किया था लेजिस्लेचर में, उसका क्या असर क्या हो रहा है, कुछ हो रहा है जी? देखिए, हमारा मकसद जो यही है कि इंटरनेशनल कम्युनिटी को जो हालात हैं वहाँ पे वो बताया जाए एज़ दे आर ऑन द ग्राउंड, क्योंकि इंडियन नैरेटिव जो है सिचुएशन का वो तो यही कहते हैं कि डेवलपमेंट हो रही है और सब कुछ ठीक है, पीस है, लेकिन हम लोग जानते हैं कि ये सच नहीं है। तो हमारा फ़र्ज़ बनता है ये कि हम जो है इंटरनेशनल कम्युनिटी को, अपनी कैनेडियन कम्युनिटी को यहाँ पे, अपनी गवर्नमेंट को यहाँ पे ये बता दें कि जो आपको नैरेटिव सुनाया जा रहा है वो सही नहीं है और एक्चुअल सिचुएशन जो है वो बिल्कुल बरक्स, बिल्कुल अपोजिट है उसके, कि लोगों को तकलीफ़ है, वहाँ पे परेशानियाँ हैं, अरेस्ट हो रहे हैं, मर्डर्स हो रहे हैं, रेप्स हो रहे हैं, एक्स्ट्रा जुडिशल किलिंग्स हो रही हैं, फोर्स डिसअपीयरेंसेस हो रही हैं। तो ये सब जो है वो आम मीडिया में जो है वो बात नहीं आती है। तो हम ये अपना फ़र्ज़ समझते हैं कि बहैसियत बीइंग फ्रॉम कश्मीर हम लोग ये हकीकत जो है यहाँ के लोगों को बताएं और यहाँ की गवर्नमेंट को बताएं। बहुत बहुत धन्यवाद, थैंक यू। ਲੋ ਹੁਣ ਗੱਲ ਕਰਦੇ ਹਾਂ ਡਾਕਟਰ ਵਸੀਮ ਹੱਕ ਹੋਰਾਂ ਦੇ ਨਾਲ ਜੋ ਅੱਜ ਵਾਲੇ इस प्रोग्राम में वो भी पहुँचे ने। हक साहब, ये जो आज का प्रोग्राम है इसमें आप लोग किस चीज़ को मेनली उभारना चाहते हैं? अवेयरनेस जो है ख़ास करके नॉर्थ अमेरिका में कि पता है हो कि ये सिलसिला चल रहा है कश्मीर में 2 साल से, एंड इट इज़ a day for people who have some concerns about Kashmir and what is Modi doing under the banner of Hindutva, which is basically an abnormal philosophy, but he's doing it and justifying the taking away the Article 307 and 370 and 35A. So that's basically depriving the Kashmiris of basic civic rights. You'll be surprised, even in New York, the governor of New York accepted the issues taken by the Pakistani and Kashmiris in New York, and in 2020 it was decided that this will be a part of their state policy. डॉक्टर हक साहब, अपने कैनेडियन गवर्नमेंट का क्या रोल है? आपको लगता है कि कोई रेस कर रहे बात? नो, आई थिंक जब हमने ये शुरू हुई है about 2 years back, we wrote several letters. We also wrote to the representative of the Trudeau government here, but nothing happened. They are basically not
I would say, not interested, or somehow they don't want to disturb the economic deals they have with India. सो आपको लगता है कि जो ह्यूमन राइट्स की वायलेशंस हैं उनका वेस्टर्न कंट्रीज़ में आजकल मेरे को लगता है कोई ज़्यादा वैल्यू नहीं है, दे जस्ट वे इन ओनली फॉर द इकोनॉमिक बेनिफिट्स. Yes, that is true, and you'll see even all the Muslim countries are now partnering with India on economic front, and so they are also keeping very quiet on this issue. So it's unfortunate. ਵੈਰੀ ਅਨਫੋਰਚੂਨੇਟ. Yes. ਥੈਂਕ ਯੂ. ਤੇ ਲਓ ਦੋਸਤੋ, ਇਸ ਵੇਲੇ ਸਾਡੇ ਨਾਲ ਨੇ ਰੌਡ ਲੋਇਓਲਾ ਹੁਰੀ, ਜਿਹੜੇ ਇੱਥੇ MLA ਨੇ ਪ੍ਰੋਵਿੰਸ਼ੀਅਲ ਲੈਜਿਸਲੇਚਰ ਦੇ ਵਿੱਚ. ਉਹਨਾਂ ਨਾਲ ਗੱਲ ਕਰਦੇ ਹਾਂ ਇਸੇ ਮਸਲੇ ਦੇ ਉੱਤੇ. Rod, people have been raising this issue about the human rights violations in Kashmir, but from the Canadian government or provincial government, we have never seen anything, any statement or anything condemning those actions in Kashmir. Well, you know, there's a lot of misinformation out there about the whole issue with Kashmir, and I just want to be very clear and transparent with everybody. I think it's very important that as we continue to talk and build awareness around Kashmir, is that justice always comes before nationality, justice always comes before religion, justice always comes before one's own country. And when we look at the issue of Kashmir, we need to really look at it at that lens of justice. Because the human rights issues have been well documented by international organizations. The fact that women, children can't get access to appropriate health care, even education and schooling, because of the conditions that exist there. And I just want to, and I think that more of our politicians need to be educated on exactly what the issues are happening there. And people are scared because the minute that you stand up for Kashmir, you are labeled as somehow anti this or anti that. And I think it's very important that we bring a calm head, calm understanding, and really look at it from a perspective of justice. Thank you. You're welcome. ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ. ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ. ਇਜਾਜ਼ਤ ਚਾਹੁੰਦੇ ਹਾਂ. ਧੰਨਵਾਦ. ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ.